ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਕਾ ਨੀਲਾ ਤਾਰਾ ਦੇ ਬਾਰੇ ਜਿਸ ਨੂੰ ਵਾਪਰਿਆ 37 ਵਰੇ ਪੂਰੇ ਹੋ ਚੁੱਕੇ ਨੇ ਪਰ 37 ਵਰਿਆਂ ਬਾਅਦ ਵੀ ਇਸ ਪੂਰੀ ਘਟਨਾ ਨੂੰ ਲੈ ਕੇ ਸਵਾਲ ਅੱਜ ਵੀ ਕਈ ਉੱਠ ਰਹੇ ਨੇ ਕਿ ਆਖਰ ਇਸ ਦੀਆਂ ਜੜ੍ਹਾਂ ਦੇ ਵਿੱਚ ਕੀ ਕੁਝ ਪਿਆ ਸੀ, ਕੀ ਕੁਝ ਉਹ ਕਾਰਨ ਸਨ ਜਿਸ ਦੀ ਵਜ੍ਹਾ ਕਰਕੇ ਇੰਨਾ ਵੱਡਾ ਵਰਤਾਰਾ ਵਾਪਰਿਆ ਤੇ ਜਿਸ ਤੇ ਜ਼ਖਮ ਜਿਹੜੇ ਨੇ ਅੱਜ ਤੱਕ ਸਿੱਖਾਂ ਦੀ ਜ਼ਹਿਨੀਅਤ ਦੇ ਵਿੱਚ ਉਹਨਾਂ ਦੇ ਦਿਲਾਂ ਦੇ ਵਿੱਚ ਹਰੇ ਨੇ। ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਗੁਰਚਰਨ ਸਿੰਘ ਗਰੇਵਾਲ ਜੀ, ਮੈਂਬਰ ਨੇ SCPC ਦੇ। ਸਰ ਬਹੁਤ ਬਹੁਤ ਸਵਾਗਤ ਹੈ ਜੀ। ਤੇ ਮੇਰਾ ਪਹਿਲਾ ਸਵਾਲ ਇਹ ਹੈ ਕਿ 37 ਵਰੇ ਹੋ ਗਏ ਨੇ ਜੀ, किस तरीके नाल इस पूरे वरतारे नूं याद किया जा रहा है, किवें जो दिलों के विच जख्म सी वड्डे वो किस तरीके तो लगता है कि हजे भी अल्ले ने? कुलविंदर जी, जिहड़ी तुसीं जख्म की गल कीती है, ये अल्ले तो भी वड्डा कोई शब्द होवे ते उस नूं इत्थे वरतिया जा सकदा। तुसीं अज देख लो कि 37 साल लंघ चुके ने। 37 साल तो बाद अज उस दौर की एक बहुत वड्डी घटना साहिब श्री गुरु ग्रंथ साहिब जी के सरूप दे विच ਜਿਹੜੀ ਗੋਲੀ ਲੱਗੀ ਉਸ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਦਰਸ਼ਨ ਕਰਾਏ ਗਏ। ਜਦੋਂ ਉਹ ਦਿਖਾਇਆ ਜਾ ਰਿਹਾ ਸੀ ਤਾਂ ਕੁੱਲ ਦੁਨੀਆ ਦੇ ਅੰਦਰ ਬੈਠਾ ਸਿੱਖ ਜਿਹੜਾ ਉਹਦੇ ਦਿਲ ਤੇ ਕੀ ਗੁਜ਼ਰਦੀ ਸੀ ਇਹ ਤੁਸੀਂ ਵੀ ਸਮਝ ਸਕਦੇ ਹੋ। ਤੇ ਮੈਂ ਤਾਂ ਸਮਝਦਾ ਕਿ ਮਾਨਵਤਾ ਦਾ ਕੋਈ ਵੀ ਜਿਹੜਾ ਭਲਾ ਚਾਹੁਣ ਵਾਲਾ ਹੋਵੇ ਸਮਝ ਸਕਦਾ। ਹੁਣ ਤੁਸੀਂ ਦੇਖੋ ਕਿ ਹਰਮੰਦਰ ਸਾਹਿਬ ਇੱਕ ਐਸਾ ਮੁਕੱਦਸ ਸਥਾਨ ਹੈ ਜਿਹਦੇ 4 ਦਰਵਾਜ਼ੇ ਨੇ, 4 ਦਿਸ਼ਾਵਾਂ ਨੇ, ਸਾਰੇ ਵਰਗਾਂ ਦੇ ਲੋਕ ਉੱਥੇ ਆ ਸਕਦੇ ਆ। ਗੁਰੂ ਰਾਮਦਾਸ ਪਾਤਸ਼ਾਹ ਸਭ ਨੂੰ ਉੱਥੇ ਵਰੋਸਾਉਂਦੇ ਆ। ਤੇ ਉਸ ਹਰੀ ਦੇ ਮੰਦਰ ਦਾ ਜਿਹੜੀ ਨੀਂਹ ਪੱਥਰ ਹੈ ਉਹ ਸਾਈਂ ਮੀਆਂ ਮੇਰੇ ਇੱਕ ਮੁਸਲਮਾਨ ਫਕੀਰ ਰੱਖਦਾ। ਤੇ ਉੱਥੇ ਹਰ ਜਿਹੜਾ ਵਿਅਕਤੀ ਆਉਂਦਾ ਉਹ ਉੱਥੇ ਆ ਕੇ ਖੁਸ਼ੀ ਪ੍ਰਾਪਤ ਕਰਦਾ। ਤੇ ਉਸ ਹਰਮੰਦਰ ਸਾਹਿਬ ਵਿੱਚ 140 ਗੋਲੀਆਂ ਦੇ ਨਿਸ਼ਾਨ ਪਾਏ ਗਏ। ਜਿਹੜੀਆਂ ਗੋਲੀਆਂ ਇੰਦਰਾ ਗਾਂਧੀ ਵੱਲੋਂ ਜੋ ਹਮਲਾ ਕੀਤਾ ਗਿਆ ਜਿਹਨੂੰ ਤੁਸੀਂ ਨੀਲਾ ਸਾਕਾ ਤਾਰਾ ਦਾ ਨਾਂ ਦਿੱਤਾ, ਅਸੀਂ ਸਮਝਦੇ ਹਾਂ ਕਿ ਸਿੱਖ ਕੌਮ 'ਤੇ ਵੱਡਾ ਹਮਲਾ, ਉਸ ਦੌਰਾਨ ਇਹ ਕੁਛ ਵਾਪਰਿਆ। ਜਿਹੜੀ ਗੱਲ ਆਪਾਂ ਦੇਖਣ ਵਿੱਚ ਜਿਵੇਂ ਕਹਿੰਦੇ ਨਾ ਕਿ ਇਹ ਜ਼ਖਮ ਤਾਂ ਜਿਹੜੇ ਆ ਅੱਜ ਤੱਕ ਵੀ ਉਸੇ ਤਰ੍ਹਾਂ ਹੀ ਨੇ। ਤੇ ਇੱਕ ਬੜੀ ਵੱਡੀ ਚੀਜ਼ ਉੱਠਦੀ ਆ ਜਦੋਂ ਇਹ ਜਿਹੜਾ ਪਹਿਲਾ ਸਪਤਾਹ ਜਿਹੜਾ ਜੂਨ ਦਾ ਆ ਜਾਂਦਾ ਤਾਂ ਉਦੋਂ ਉਹ ਗੱਲਾਂ ਫਿਰ ਜਿਹੜੀਆਂ ਉਹ ਤਾਜ਼ਾ ਹੋ ਜਾਂਦੀਆਂ ਜਿਹੜੀਆਂ ਕਿ ਨਾ ਭੁੱਲਣਯੋਗ ਨੇ। ਬਿਲਕੁਲ, ਤੁਸੀਂ ਕਿਹਾ ਨਾ ਭੁੱਲਣਯੋਗ ਨੇ। ਤੁਸੀਂ ਉੱਥੇ ਮੌਜੂਦ ਸੀ ਜਦੋਂ ਇਹ ਪੂਰੀ ਘਟਨਾ ਵਾਪਰੀ, ਜੋ ਸਾਡੇ ਕੋਲ ਜਾਣਕਾਰੀ ਹੈ। ਤੁਸੀਂ ਜਦੋਂ ਉੱਥੇ ਸੀ ਤੇ ਪੂਰਾ ਵਾਪਰ ਰਿਹਾ ਸੀ ਘਟਨਾਕ੍ਰਮ, ਤੇ ਕੀ ਕੁਝ ਤੁਹਾਡੇ ਜ਼ਿਹਨ ਦੇ ਵਿੱਚ ਹੈ, ਕੀ ਕੁਝ ਯਾਦਾਂ ਨੇ ਤੁਹਾਡੇ ਜ਼ਿਹਨ ਦੇ ਵਿੱਚ ਜਿਨ੍ਹਾਂ ਬਾਰੇ ਤੁਸੀਂ ਸੋਚਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਨਹੀਂ ਹੋਣਾ ਚਾਹੀਦਾ ਸੀ? ਕੁਲਵਿੰਦਰ ਜੀ, ਇਹਦਾ ਥੋੜ੍ਹਾ ਜਿਹਾ ਪਿਛੋਕੜ ਮੈਂ ਜ਼ਰੂਰ ਤੁਹਾਡੇ ਨਾਲ ਜਾਣਕਾਰੀ ਕਰਨਾ ਚਾਹੁੰਦਾ। ਲੋਕ ਇਸ ਨੂੰ ਅੱਤਵਾਦ ਨਾਲ ਜੋੜਦੇ ਆ, ਵੱਖਵਾਦ ਨਾਲ ਜੋੜਦੇ ਆ, ਹਥਿਆਰਬੰਦ ਲੜਾਈ ਨਾਲ ਜੋੜਦੇ ਆ, ਪਰ ਇਹ ਨਹੀਂ ਕਦੇ ਦੇਖਦੇ ਕਿ ਇਹ ਗੱਲ ਤੁਰੀ ਕਿੱਥੋਂ ਸੀ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਅੱਤਵਾਦ ਵੱਖਵਾਦ ਦਿਖਾ ਕੇ ਉਹਨਾਂ ਨੇ ਇਹ ਹਮਲਾ ਕੀਤਾ। ਉਸ ਸਮੇਂ ਸਾਨੂੰ ਇਹਨਾਂ ਗੱਲਾਂ ਦਾ ਬਾਹਲਾ ਪਤਾ ਨਹੀਂ ਸੀ, ਅਸੀਂ ਜਜ਼ਬਾਤੀ ਰੌਂਵੇ ਸੀ। ਉਸ ਤੋਂ ਬਾਅਦ ਜਿਹੜੇ ਪੱਤਰੇ ਖੁੱਲ੍ਹੇ ਉਸ ਤੋਂ ਬਾਅਦ ਤਾਂ ਐਸੀਆਂ ਗੱਲਾਂ ਸਾਹਮਣੇ ਆਈਆਂ ਜਿਹੜੀਆਂ ਕਿ ਇਹ ਗੱਲ ਸਾਬਤ ਕਰਦੀਆਂ ਨੇ ਕਿ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਉਸ ਤੋਂ ਬਾਅਦ ਕਾਂਗਰਸ ਨੇ ਦਰ ਬਦਰ ਸਮੇਂ ਨਾਲ ਸਾਡੇ 'ਤੇ ਕਦੇ ਜਰੈਮ ਪੇਸ਼ਾ, ਕਦੇ ਸਾਡੇ ਬੋਲੀ ਦੇ ਆਧਾਰ 'ਤੇ ਸੂਬਾ ਤੋੜਤਾ, ਕਦੇ ਪਾਣੀ ਖੋਲੇ, ਕਦੇ ਸਾਡੀ ਆਰਥਿਕਤਾ 'ਤੇ ਹਮਲਾ ਕਰਤਾ, ਕਦੇ ਸਾਡੀ ਰਾਜਧਾਨੀ ਦੀ ਗੱਲ ਹੈ। ਇਹ ਬਹੁਤ ਸਾਰੀਆਂ ਗੱਲਾਂ ਇਸ ਦੇਸ਼ ਨੂੰ ਕਿਉਂ ਅਸੀਂ ਭੁੱਲ ਜਾਂਦੇ ਹਾਂ, ਦੇਸ਼ ਦੇ ਲੋਕ ਕਿਉਂ ਭੁੱਲਦੇ ਨੇ, ਇਹ ਰਾਜਨੀਤਿਕ ਲੋਕ ਕਿਉਂ ਭੁੱਲਦੇ ਨੇ, ਭਾਵੇਂ ਅੱਜ ਦੇ ਹੋਣ ਜਾਂ ਪੁਰਾਣੇ ਹੋਣ, ਕਿ ਸਿੱਖਾਂ ਨੇ 90 ਸਿਰ ਦਿੱਤੇ ਨੇ। ਉਹਨਾਂ ਦੀ ਗਿਣਤੀ ਕਿੰਨੀ ਸੀ? 2% ਸੀ। ਉਹਨਾਂ ਨੇ ਕੁਰਬਾਨੀਆਂ ਕਰਕੇ ਇਹ ਦੇਸ਼ ਨੂੰ ਇੱਥੇ ਆਜ਼ਾਦ ਕਰਵਾਇਆ। ਤੇ ਅੱਜ ਜੇ ਦੇਸ਼ ਆਜ਼ਾਦ ਹੈ ਤੇ ਉਸ ਦੇਸ਼ ਨੂੰ ਆਜ਼ਾਦ ਰੱਖਣ ਵਿੱਚ ਵੀ ਸਿੱਖਾਂ ਦਾ ਕਿੱਡਾ ਵੱਡਾ ਰੋਲ ਆ। ਬਾਹਲੀ ਲੰਬੀ ਗੱਲ ਨਾ ਲਵਾਂ ਕਿ ਭੁੱਖੇ ਦੇਸ਼ ਨੂੰ ਇਹਨਾਂ ਨੇ ਸਿੱਖ ਕੌਮ ਨੇ ਮਿਹਨਤ ਕਰਕੇ ਇਸ ਧਰਤੀ ਦੇ ਇਸ ਹਿੱਕ ਨੂੰ ਚੀਰ ਕੇ ਅਨਾਜ ਪੈਦਾ ਕੀਤਾ। ਅੱਜ ਉਹ ਰੋ ਰਹੇ ਨੇ। ਇਹ ਭਾਵੇਂ ਵੱਖਰਾ ਵਿਸ਼ਾ ਵਾ ਜੋ ਅੱਜ ਹਾਲਾਤ ਨੇ ਇਹਨਾਂ ਦੇ। ਮੈਂ ਉੱਥੇ ਗੱਲ ਲਿਆਉਣੀ ਚਾਹੁੰਦਾ ਕਿ ਇਹ ਲੜਾਈ ਕਿਹੜੀ ਗੱਲ ਦੀ ਲੜਾਈ ਸੀ? ਇਹ ਲੋਕਤੰਤਰੀ ਲੜਾਈ ਸੀ। ਇੱਕ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਸੀ। ਧਰਮ ਯੁੱਧ ਮੋਰਚਾ ਕਾਹਦੇ ਲਈ ਸੀ? ਕੋਈ ਜਰ ਜੋਰੂ ਜ਼ਮੀਨ ਦਾ ਮਸਲਾ ਨਹੀਂ ਸੀ, ਉਹ ਹੱਕਾਂ ਦੀ ਗੱਲ ਸੀ। ਉਹ ਹੱਕਾਂ ਦੀ ਗੱਲ ਨੂੰ ਨਾਮ ਦਿੱਤਾ ਗਿਆ ਅਨੰਦਪੁਰ ਦਾ ਮਤਾ। ਉਹ ਅਨੰਦਪੁਰ ਦੇ ਮਤੇ ਵਿੱਚ ਕੀ ਵੱਖਰੀ ਗੱਲ ਸੀ? ਇਸ ਦੁਨੀਆ ਦੇ ਲੋਕ ਜਾਣਦੇ ਆ, ਹਿੰਦੁਸਤਾਨ ਨੂੰ ਫੈਡਰਲ ਢਾਂਚੇ ਦੀ ਗੱਲ ਕੀਤੀ ਸੀ, ਲੋਕਾਂ ਨੂੰ ਵੱਧ ਅਧਿਕਾਰ ਦੀ ਗੱਲ ਕੀਤੀ ਸੀ। ਕੀ ਇਹ ਜਿਹੜੀ ਗੱਲ ਹੈ ਇਹ ਕੋਈ ਗਲਤ ਗੱਲ ਸੀ? ਬਹੁਤ ਹਿੰਦੁਸਤਾਨ ਦੇ ਅੰਦਰ ਬਹੁਤ ਸਾਰੇ ਸੰਘਰਸ਼ ਐਸੇ ਲੜੇ ਗਏ, ਹੱਕਾਂ ਦੀਆਂ ਗੱਲਾਂ ਕੀਤੀਆਂ ਗਈਆਂ। ਮੈਂ ਇਹ ਗੱਲ ਦੱਸਣੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਦਰਸ਼ਕ ਦੇਖਣ ਕਿ ਇਹ ਹੱਕਾਂ ਦੀ ਲੜਾਈ ਸੀ ਜਿਹੜੀ ਲੋਕਤੰਤਰੀ ਢੰਗ ਨਾਲ ਲੜੀ ਗਈ। ਇਸ ਨੂੰ ਇਸ ਬਣਾ ਦਿੱਤਾ ਗਿਆ ਇਹ ਹਿੰਦੂਆਂ ਦੇ ਖਿਲਾਫ ਹੈ।
ਬਹੁਤ ਵੱਡਾ ਇੱਕ ਛੜਯੰਤਰ ਸੀ ਉਸ ਸਮੇਂ ਦੀ ਜਿਹੜੀ ਇੰਦਰਾ ਗਾਂਧੀ ਦੀ ਕਾਂਗਰਸ ਜਿਹੜੀ ਕਾਬਜ਼ ਕਹਿੰਦੇ ਹੁੰਦੇ ਆ ਕੇਂਦਰ ਵਿੱਚ ਸੀ, ਸੂਬੇ ਵਿੱਚ ਵੀ ਕਾਂਗਰਸ ਸੀ, ਉਹਨਾਂ ਨੇ ਹਾਲਾਤ ਪੈਦਾ ਕਰ ਦਿੱਤੇ ਕਿ ਇਹ ਜਿਹੜੇ ਲੋਕ ਨੇ ਇਹ ਕਾਂਗਰਸ ਇਹ ਜਿਹੜੇ ਹਿੰਦੂਆਂ ਦੇ ਖਿਲਾਫ ਨੇ, ਹਿੰਦੂ ਮਾਰ ਦਿੱਤੇ ਗਏ। ਬਹੁਤ ਮਾੜੀ ਗੱਲ ਹੋਈ। ਇਹ ਮੈਂ ਗੱਲ ਦੱਸ ਦਿਆਂ ਕਿ ਇਸ ਸਾਰੇ ਆਪਰੇਸ਼ਨ ਦੇ ਨਾਲ ਸੰਬੰਧਿਤ ਜਿਨ੍ਹਾਂ ਨੂੰ ਕੇਂਦਰ ਬਿੰਦੂ ਮੰਨਿਆ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖਾਂ ਦੀ ਰੂਹ ਰਵਾਨ ਨੇ। ਮੈਂ ਵੀ ਸਮਝਦਾ ਕਿ ਮੇਰੇ ਉਹ ਧਾਰਮਿਕ ਆਗੂ ਨੇ ਜਿਨ੍ਹਾਂ ਦੀ ਰਹਿਨਮਾਈ 'ਚ ਅਸੀਂ ਬੜੀ ਵੱਡੀ ਲੜਾਈ ਲੜੀ। ਉਹਨਾਂ ਨੇ ਕਦੇ ਵੀ ਇਹ ਗੱਲ ਨਹੀਂ ਕੀਤੀ ਕਿ ਹਿੰਦੂ ਨੂੰ ਮਾਰ ਦਿੱਤਾ ਜਾਵੇ। ਉਹਨਾਂ ਦਾ ਜਿਹੜਾ ਸਿਧਾਂਤ ਸੀ ਜਾਂ ਉਹਨਾਂ ਦਾ ਜਿਹੜਾ ਸੰਘਰਸ਼ ਸੀ, ਨਾ ਉਹਨਾਂ ਨੇ ਰਾਜਨੀਤਿਕ ਅਹੁਦੇ ਦੀ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਜਿਹੜੇ ਹੱਕਾਂ ਦੀ ਗੱਲ ਆ ਉਹ ਹੱਕਾਂ ਦੀ ਗੱਲ ਦਿੱਤੀ ਜਾਵੇ। ਹਿਸਟਰੀ ਦੇ ਵਿੱਚ ਇਹ ਗੱਲ ਦੇਖੋ ਕਿ ਉਹਨਾਂ ਨੇ ਕਿਹਾ ਕਿ ਕੇਂਦਰ ਨਾਲ ਗੱਲ ਕਰੋ। ਇੰਦਰਾ ਗਾਂਧੀ ਨੇ ਜਾਣਬੁੱਝ ਕੇ 6-7 ਵਾਰ ਗੱਲ ਕੀਤੀ, ਤੋੜ ਦਿੱਤੀ। ਠੀਕ ਹੈ ਸਰ, ਇਹਦੇ ਵਿਚਾਲੇ ਜਿਹੜੇ ਜੋ ਕਤਲੇਆਮ ਉਸ ਤੋਂ ਪਹਿਲਾਂ ਹੁੰਦਾ ਰਿਹਾ, ਇਸ ਪੂਰੇ ਵਰਤਾਰੇ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਅਜਿਹੇ ਲੋਕ ਸੀ ਜਿਨ੍ਹਾਂ ਦਾ ਕਤਲ ਹੁੰਦਾ ਰਿਹਾ। ਉਹਨਾਂ ਨੂੰ ਖਾਸ ਤੌਰ ਦੇ ਉੱਤੇ ਪੇਸ਼ ਕੀਤਾ ਜਾਂਦਾ ਹੈ ਕਿ ਦੇਖੋ ਪੰਜਾਬ ਦੇ ਵਿੱਚ ਇਹ ਕੁਝ ਵਰਤਾਰਾ ਵਾਪਰਿਆ ਸੀ ਜੋ ਬਾਅਦ ਵਿੱਚ ਵਜ੍ਹਾ ਬਣਿਆ ਕਿ ਇਸ ਵਰਤਾਰੇ ਨੂੰ ਰੋਕਣ ਦੇ ਲਈ ਐਡਾ ਵੱਡਾ ਆਪਰੇਸ਼ਨ ਜਿਹੜਾ ਹੈ ਉਹ ਲਿਖਿਆ ਗਿਆ। ਮੈਂ ਉਹੀ ਦੱਸ ਰਿਹਾ ਕਿ ਸੰਤਾਂ ਦੀ ਸੋਚ ਕਿਸੇ ਵੀ ਫਿਰਕਾ ਪ੍ਰਸਤ ਨਹੀਂ ਸੀ, ਕਿਸੇ ਹਿੰਦੂ ਦੇ ਖਿਲਾਫ ਨਹੀਂ ਸੀ। ਅੱਜ ਵੀ ਚੁੱਕ ਕੇ ਦੇਖੋ ਵਿਸ਼ਵਨਾਥ ਤਿਵਾੜੀ ਜਿਹੜਾ ਜਦੋਂ ਉਹਦਾ ਕਤਲ ਹੋ ਜਾਂਦਾ, ਉਸ ਕਤਲ ਦੇ ਖਿਲਾਫ ਉਹਦੇ ਪਰਿਵਾਰ ਨੂੰ ਸੰਤਾਂ ਦਾ ਨੁਮਾਇੰਦਾ ਜਾਂਦਾ, ਚਿੱਠੀ ਜਾਂਦੀ ਆ। ਅੱਜ ਤਿਵਾੜੀ ਜਿਹੜਾ MP ਨੇ ਉਹਨਾਂ ਨੂੰ ਪੁੱਛੋ ਇਸ ਗੱਲ ਦਾ ਸਬੂਤ ਦੇਣਗੇ ਕਿ ਇਹ ਗਲਤ ਹੋਇਆ। ਅਸੀਂ ਕਿਸੇ ਹਿੰਦੂ ਦੇ ਖਿਲਾਫ ਨਹੀਂ। ਭਾਵੇਂ ਵਿਸ਼ਵਨਾਥ ਤਿਵਾੜੀ ਇੰਦਰਾ ਗਾਂਧੀ ਦੇ ਪਰਿਵਾਰ ਦਾ ਬਹੁਤ ਨਜ਼ਦੀਕੀ ਸੀ, ਪਰ ਸੰਤਾਂ ਨੇ ਅਫਸੋਸ ਪ੍ਰਗਟ ਕੀਤਾ। ਇਹ ਗੱਲਾਂ ਉਸ ਸਮੇਂ ਦਬਾ ਦਿੱਤੀਆਂ ਗਈਆਂ, ਉਹਨਾਂ ਨੂੰ ਉੱਠਣ ਹੀ ਨਹੀਂ ਦਿੱਤਾ ਗਿਆ। ਉਹ ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ ਕਿ ਕਈ ਵਾਰ ਗੱਲ ਦਾ ਦੌਰ ਚਲਾਇਆ ਗਿਆ, ਸੰਤ ਮਹਾਂਪੁਰਸ਼ਾਂ ਨੇ ਇਹ ਗੱਲ ਕਹੀ ਕਿ ਇਹਦਾ ਸਮਝੌਤਾ ਕੀਤਾ ਜਾਵੇ। ਜਿਹੜੇ ਸਾਡੇ ਹੱਕਾਂ ਦੀ ਗੱਲ ਆ, ਕੀ ਉਹ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਨਹੀਂ ਸੀ ਕਰ ਸਕਦੇ? ਪਾਣੀਆਂ ਦੀ ਗੱਲ ਨਹੀਂ ਕਰਨਾ ਕੋਈ ਗੁਨਾਹ ਹੈ? ਇਹ ਕੋਈ ਅੱਤਵਾਦ ਹੈ? ਇਹ ਕੋਈ ਵੱਖਵਾਦ ਹੈ? ਇੱਕ ਗੱਲ ਕਲੀਅਰ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਜਿੰਨੀ ਦੇਰ ਤੱਕ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ 6 ਜੂਨ ਤੱਕ ਰਹੇ ਨੇ, ਇੱਕ ਵਾਰ ਵੀ ਉਹਨਾਂ ਨੇ ਇਹ ਗੱਲ ਨਹੀਂ ਕੀਤੀ ਕਿ ਸਾਨੂੰ ਖਾਲਿਸਤਾਨ ਜਾਂ ਵੱਖਵਾਦ ਦੀ ਗੱਲ ਕਰਨੀ ਚਾਹੀਦੀ ਹੈ। ਸੁਬਰਾਮਨੀਅਮ ਸਵਾਮੀ ਹਿੰਦੂ ਲੀਡਰ ਹੈ, ਭਾਰਤੀ ਜਨਤਾ ਪਾਰਟੀ ਦਾ ਲੀਡਰ ਹੈ, ਉਹ ਲਾਈਵ ਇਹ ਗੱਲ ਕਰਦਾ ਵਾ ਕਿ ਸੰਤਾਂ ਨੇ ਕਦੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ। ਇਹ ਸਿਰਫ ਤੇ ਸਿਰਫ ਕਾਰਨ ਕੀ ਸੀ ਜਿਹੜੀ ਮੈਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ? ਇਹਦਾ ਕਾਰਨ ਸੀ ਕਿ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਦੇਸ਼ ਦੇ ਉੱਤੇ ਬੜਾ ਵੱਡਾ ਜ਼ੁਲਮ ਕੀਤਾ, ਐਮਰਜੈਂਸੀ ਵਰਗਾ ਮੋਰਚਾ ਲਾਇਆ। ਉਸ ਐਮਰਜੈਂਸੀ ਦੇ ਮੋਰਚੇ ਨੂੰ ਕਾਮਯਾਬ ਕਰਨ ਲਈ ਸਿੱਖਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਤੇ ਕਾਂਗਰਸ ਦੀ ਜਿਹੜੀ ਜੇਹਨੀਅਤ ਸੀਗੀ, ਚਾਹੇ ਮਹਾਤਮਾ ਗਾਂਧੀ ਦੀ ਗੱਲ ਕਰ ਲਈਏ, ਮਹਾਤਮਾ ਗਾਂਧੀ ਨੇ ਇਹ ਗੱਲ ਕਹੀ ਸੀ ਨਾ, ਤੁਸੀਂ ਵੀ ਜਾਣਦੇ ਹੋਵੋਗੇ, ਸਿੱਖਾਂ ਨੂੰ ਸੀਸਗੰਜ ਸਾਹਿਬ ਗੁਰਦੁਆਰੇ ਇਹ ਗੱਲ ਕਹੀ ਸੀ ਕਿ ਤੁਸੀਂ ਇਸ ਦੇਸ਼ ਦੇ ਵਿੱਚ ਇੱਕ ਭਰਾ ਦੇ ਤੌਰ ਤੇ ਰਹੋਗੇ, ਤੁਹਾਡਾ ਧਰਮ, ਤੁਹਾਡੇ ਬੋਲਬਾਲੇ ਜਿਹੜੇ ਆ ਉਹ ਕਾਇਮ ਰਹਿਣਗੇ। ਉਹ ਮੁੱਕਰ ਗਏ ਇਸ ਗੱਲ ਤੋਂ, ਚਾਹੇ ਆਪਣੇ ਆਪ ਨੂੰ ਅੱਜ ਮਹਾਤਮਾ ਦੀ ਗੱਲ ਕਰਦੇ ਆਓ। ਸੋ ਇਹ ਚੀਜ਼ਾਂ ਉਦੋਂ ਤੋਂ ਲੈ ਕੇ ਹੁਣ ਤੱਕ ਸਿੱਖਾਂ ਦੇ ਨਾਲ ਵਿਤਕਰਾ ਰਿਹਾ, ਕਿਉਂਕਿ ਉਹਨਾਂ ਨੂੰ ਖਤਰਾ ਸੀ ਕਿ ਜਿਹੜੇ ਲੋਕ ਕਿਸੇ ਦੀ ਆਜ਼ਾਦੀ ਵਾਸਤੇ ਸਿਰ ਦੇ ਸਕਦੇ ਆ, ਉਹ ਆਪਦੀ ਗੱਲ ਨੂੰ ਜਿਹੜੀ ਹੈ ਲੜਾਈ ਲੜਨ ਵਾਸਤੇ ਕਿੰਨੇ ਸਿਖਰ ਤੇ ਪਹੁੰਚ ਸਕਦੇ ਆ। ਤੁਹਾਨੂੰ ਲੱਗਦਾ ਹੈ ਕਿ ਮੋੜਾ ਦਿੱਤਾ ਗਿਆ, ਜੋ ਤੁਸੀਂ ਗੱਲ ਕਰਦੇ ਹੋ ਕਿ ਹੱਕਾਂ ਦੀ ਗੱਲ ਹੋ ਰਹੀ ਸੀ, ਧਰਮ ਯੁੱਧ ਮੋਰਚੇ ਦੇ ਜ਼ਰੀਏ ਵੀ ਪੰਜਾਬ ਦੇ ਹੱਕਾਂ ਦੀ ਮੰਗ ਹੋ ਰਹੀ ਸੀ, ਪਰ ਬਾਅਦ ਵਿੱਚ ਉਸ ਨੂੰ ਮੋੜਾ ਜਿਹਾ ਦਿੱਤਾ ਗਿਆ ਤੇ ਉਸ ਨੂੰ ਦੱਸਿਆ ਗਿਆ ਕਿ ਇਹ ਮੈਂ ਇਹਦੀ ਅਖੀਰੀ ਜਿਹੜੀ ਕੜੀ ਜੋੜਨ ਜਾ ਰਿਹਾ ਕਿ ਜਦੋਂ ਹਿੰਦੁਸਤਾਨ ਦੇ ਅੰਦਰ ਇੰਦਰਾ ਗਾਂਧੀ ਦੀ ਰਾਜ ਸੀ, ਧਰਾਤਲ ਉਹਦੇ ਪੈਰਾਂ 'ਚੋਂ ਖਿਸਕ ਗਈ, ਜਦੋਂ ਐਮਰਜੈਂਸੀ ਤੋਂ ਬਾਅਦ ਦੇਸ਼ ਉਹਦੇ ਖਿਲਾਫ ਹੋ ਗਿਆ, ਤਾਂ ਉਹਨੇ ਇਹ ਜਿਹੜਾ ਛੜਯੰਤਰ ਬਣਾਇਆ, ਇਹ ਛੜਯੰਤਰ ਇਹ ਸੀਗਾ ਕਿ ਘੱਟ ਗਿਣਤੀ ਲੋਕ ਸਿੱਖਾਂ ਨੂੰ ਮਾਰ ਕੇ, ਮੈਂ ਬਹੁ ਗਿਣਤੀ ਇਸ ਦੇਸ਼ ਦੇ ਵਸਣ ਵਾਲੇ ਲੋਕਾਂ ਨੂੰ ਇਹ ਗੱਲ ਕਹੂੰਗੀ ਕਿ ਮੈਂ ਤੁਹਾਡੇ ਵਾਸਤੇ ਆਹ ਕੁਛ ਕੀਤਾ, ਜਿਹੜੀ ਕਿ ਉਹਦੀ ਜ਼ਿੰਦਗੀ ਦਾ ਸਭ ਤੋਂ ਗਲਤ ਫੈਸਲਾ ਸੀ। ਤੁਸੀਂ ਕੇ ਸੁੰਦਰ ਜੀ, ਆਪਾਂ ਕਹਿੰਦੇ ਆ ਇਹ ਸੰਤਾਂ ਦੇ ਕਿ ਨਾ ਇਸ ਮਸਲੇ 'ਚ ਸੰਘਰਸ਼ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਜਾਂ ਉਹਨਾਂ ਨੂੰ ਫੜਨ ਵਾਸਤੇ ਇਹ ਗੱਲ ਕੀਤੀ ਗਈ। ਜੇ ਕਿਸੇ ਨੂੰ ਗ੍ਰਿਫਤਾਰ ਹੀ ਕਰਨਾ ਹੋਵੇ, ਕਿੰਨੇ ਕੁ ਲੋਕ ਸਨ ਜਿਹੜੇ ਸੰਤਾਂ ਦੇ ਨਾਲ ਕੋਈ ਲੜਾਈ ਲੜਨ ਵਾਲੇ? ਕੋਈ ਹਥਿਆਰਬੰਦ ਤਾਂ ਬਹੁਤ ਥੋੜ੍ਹੇ ਹੋਣਗੇ, ਉਹਨਾਂ ਦੇ ਸਮਰਥਕ ਹੋਣਗੇ, ਪਰ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਬਹੁਤ ਸਾਰੇ ਰਸਤੇ ਸੀ। ਟੈਂਕ ਤੋਂ ਚਾੜਨ ਦਾ ਕੋਈ ਮਸਲਾ ਨਹੀਂ ਸੀ। ਮੈਂ ਅੱਜ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਕੇ ਸੁੰਦਰ ਜੀ ਹਿੰਦੁਸਤਾਨ ਦਾ ਜਨਰਲ ਰਿਟਾਇਰ ਹੋਇਆ, ਉਹਨੇ ਇਹ ਗੱਲ ਕਹੀ ਕਿ ਬਲੂ ਸਟਾਰ ਆਪਰੇਸ਼ਨ ਕਰਨ ਦਾ ਜਿਹੜਾ ਰਿਹਰਸਲ ਸੀ, ਡਰਿਲ ਸੀ, ਉਹ 18 ਮਹੀਨੇ ਪਹਿਲਾਂ ਉਹਨੇ ਆਪਣੀ ਕਿਤਾਬ ਦੇ ਵਿੱਚ ਬਿਆਨ ਕੀਤਾ ਕਿ 18 ਮਹੀਨੇ ਪਹਿਲਾਂ ਇਹ ਰਚੀ ਗਈ ਸੀ। ਹੁਣ ਤੁਸੀਂ ਮੈਨੂੰ ਦੱਸੋ ਕਿ 18 ਮਹੀਨੇ ਤੱਕ ਇਸ ਦੀਆਂ ਬੰਨ੍ਹ ਨੂੰ ਬੰਨ੍ਹਿਆ ਗਿਆ, ਇਸ ਦੀਆਂ ਤਿਆਰੀਆਂ ਕੀਤੀਆਂ ਗਈਆਂ। ਹੁਣ ਤਾਂ ਪਿੱਛੇ ਹਿਸਟਰੀ ਇਹ ਵੀ ਨਿਕਲ ਆਈ ਆ ਕਿ ਇੰਗਲੈਂਡ ਦੇ ਮਹਾਰਾਣੀ ਦੇ ਨਾਲ ਇੰਦਰਾ ਗਾਂਧੀ ਨੇ ਗੱਲ ਕੀਤੀ ਹੈ, ਰਸ਼ੀਆ ਦੇ ਨਾਲ ਇੰਦਰਾ ਗਾਂਧੀ ਨੇ ਗੱਲ ਕੀਤੀ ਆ, ਹੋਰ ਬੜੀਆਂ ਦੇਸ਼ ਦੀਆਂ ਪਾਰਟੀਆਂ ਦੇ ਆਗੂਆਂ ਨਾਲ ਗੱਲ ਕੀਤੀ। ਇਹ ਇੱਕ ਪਲੈਨਡ ਪ੍ਰੋਗਰਾਮ ਸੀ। ਮੈਂ ਤਾਂ ਇਹ ਗੱਲ ਦੱਸਣੀ ਚਾਹੁੰਦਾ ਕਿ ਸਭ ਤੋਂ ਵੱਡਾ ਨਸੂਰ ਇਸ ਕਰਕੇ ਆ ਸਾਡੇ ਮਨ ਦੇ ਅੰਦਰ ਕਿ ਇਹ ਕਾਂਗਰਸ ਪਾਰਟੀ ਨੇ, ਇੰਦਰਾ ਗਾਂਧੀ ਨੇ, ਉਹਦੇ ਇੱਥੋਂ ਦੇ ਜਿਹੜੇ ਸਿਪਾਹ ਸਲਾਰ ਸੀ ਪੰਜਾਬ ਦੇ, ਦਰਬਾਰਾ ਸਿੰਘ ਜਾਂ ਜੈਲ ਸਿੰਘ ਵਰਗਿਆਂ ਨੇ,
ਉਹਨਾਂ ਨੇ ਇਸ ਗੱਲ ਨੂੰ ਅੰਜਾਮ ਦਿੱਤਾ ਜਿਹੜਾ ਕਿ ਇੰਦਰਾ ਨੇ ਆਪਦੇ ਵਾਸਤੇ ਫਾਇਦੇ ਵਾਸਤੇ ਗੱਲ ਕੀਤੀ। ਜਿਹੜਾ ਭਾਵੇਂ ਇੰਦਰਾ ਇੱਥੋਂ ਚਲੀ ਗਈ ਪਰ ਉਹਦੇ ਮੁੰਡੇ ਨੇ ਇਸ ਗੱਲ ਨੂੰ ਕੈਸ਼ ਕੀਤਾ। ਅੱਜ ਤੱਕ ਦਾ ਹਿੰਦੁਸਤਾਨ ਦਾ ਜਿਹੜਾ ਜਿਹੜੀਆਂ ਬਹੁ ਗਿਣਤੀ ਸੀਟਾਂ ਜਿਹੜੀਆਂ MP ਦੀਆਂ ਪਾਰਲੀਮੈਂਟ ਦੇ ਵਿੱਚ ਉਹ ਉਹਦੇ ਮੁੰਡੇ ਨੂੰ ਪ੍ਰਾਪਤ ਹੋਈਆਂ। ਉਹੀ ਕਾਰਨ ਸੀ। ਵਾਰ-ਵਾਰ ਜ਼ਿਕਰ ਤੁਸੀਂ ਕਰ ਰਹੇ ਹੋ ਕਾਂਗਰਸ ਦਾ ਕਿ ਕਾਂਗਰਸ ਦੀ ਮਾਨਸਿਕਤਾ ਸਿੱਖ ਵਿਰੋਧੀ ਰਹੀ ਹੈ, ਪਰ ਜਿਹੜੇ ਲੋਕ ਅੱਜ ਵੀ ਜੋ ਤੁਸੀਂ ਪਿੰਡਾਂ ਵਾਲਿਆਂ ਦੀ ਗੱਲ ਕਰ ਰਹੇ ਹੋ, ਜਿਹੜੇ ਉਹਨਾਂ ਦੇ ਨਾਲ ਜਾਂ ਉਹਨਾਂ ਦੀ ਕਹਿ ਰਹੇ ਨੇ ਕਿ ਵਿਚਾਰਧਾਰਾ ਤੇ ਚੱਲਣ ਵਾਲੇ ਲੋਕ ਨੇ, ਉਹ ਕਹਿੰਦੇ ਕਿ ਸਿਰਫ ਕਾਂਗਰਸ ਨਹੀਂ ਬਲਕਿ ਹਿੰਦੁਸਤਾਨ ਜਿਹੜੀ ਸਟੇਟ ਹੈ ਉਹਦੀ ਹੀ ਮਾਨਸਿਕਤਾ ਜਿਹੜੀ ਆ ਉਹ ਸਿੱਖ ਵਿਰੋਧੀ ਹੈ। ਇਹਦੇ ਬਾਰੇ ਤੁਹਾਡਾ ਕੀ ਵਿਚਾਰ? ਦੇਖੋ, ਇਹ ਗੱਲ ਇਸ ਵਿੱਚ ਕੋਈ ਸ਼ੱਕ ਨਹੀਂ। ਮੈਂ ਤਾਂ ਇਹ ਇੱਥੋਂ ਤੱਕ ਵੀ ਕਹਿਣ ਨੂੰ ਕੋਈ ਗਰੇਜ ਨਹੀਂ ਕਰਦਾ ਕਿ ਉਸ ਸਮੇਂ ਕਾਂਗਰਸ ਨੂੰ ਮੌਕਾ ਮਿਲਿਆ, ਕਾਂਗਰਸ ਨੇ ਆਪਣਾ ਵੱਤਰ ਵਾਹਿਆ ਤੇ ਸਿੱਖਾਂ ਨੂੰ ਦਬਾਇਆ ਕੁਚਲਾਇਆ। ਜੋ ਪੰਜਾਬ ਦੇ ਹਾਲਾਤ ਕੀਤੇ, ਜੋ ਨੌਜਵਾਨਾਂ ਦਾ ਇਸ ਪੰਜਾਬ ਦੀ ਉਸ ਪਵਿੱਤਰ ਧਰਤੀ ਤੇ ਜਿਵੇਂ ਕਹਿੰਦੇ ਕੋਹ ਕੇ ਮਾਰਨ ਦੀ ਗੱਲ ਆਈ ਆ, ਬਹੁਤ ਮਾੜਾ ਵਰਤਾਰਾ ਇਸ KPS ਗਿੱਲ ਰਾਹੀਂ ਹੋਰ ਕਿਸੇ ਲੋਕਾਂ ਰਾਹੀਂ ਇੱਥੇ ਜਿਹੜਾ ਵਰਤਾਇਆ। ਪਰ ਅੱਜ ਵੀ ਮੈਂ ਸਮਝਦਾ ਕਿ ਉਹੀ ਜੈਨੀਅਤ, ਵਾਕਈ ਤੁਹਾਡੀ ਗੱਲ ਕੁਲਵਿੰਦਰ ਜੀ ਸਹੀ ਹੈ ਕਿ ਅੱਜ ਵੀ ਉਸੇ ਜੈਨੀਅਤ ਦੇ ਲੋਕ ਜਿਹੜੇ ਸੱਤਾ ਦੇ ਕਾਬਜ਼ ਨੇ, ਭਾਰਤੀ ਜਨਤਾ ਪਾਰਟੀ ਨਾਮ ਲੈਣ ਤੋਂ ਗੁਰੇਜ਼ ਨਹੀਂ ਕਰਦਾ, ਉਹ ਲੋਕ ਵੀ ਅੱਜ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਉਹ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਸਿੱਖਾਂ ਨੂੰ ਦਬਾਉਣ ਦੀ ਗੱਲ ਕਰਦੀ ਹੈ। ਇਹੋ ਹੀ ਗੱਲ ਅਸੀਂ ਕਹਿੰਦੇ ਆ ਕਿ ਸਾਡੇ ਮਨ ਦੇ ਅੰਦਰ ਬਹੁਤ ਵੱਡਾ ਰੰਜ ਆ ਕਿ ਅਸੀਂ ਇਸ ਦੇਸ਼ ਨੂੰ ਆਜ਼ਾਦ ਕਰਨ ਵਾਸਤੇ, ਇਸ ਦੇਸ਼ ਨੂੰ ਖੁਸ਼ਹਾਲ ਕਰਨ ਵਾਸਤੇ, ਇਸ ਦੇਸ਼ ਨੂੰ ਹਰਿਆ ਭਰਿਆ ਕਰਨ ਵਾਸਤੇ, ਇਸ ਦੇਸ਼ ਦੀ ਸਰਹੱਦ ਨੂੰ ਕਾਇਮ ਰੱਖਣ ਵਾਸਤੇ ਅਸੀਂ ਸਾਡੇ ਵੱਡਿਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ। ਅੱਜ ਉਹਦਾ ਅਸਰ ਸਾਨੂੰ ਕੀ ਮਿਲ ਰਿਹਾ? ਇਹੋ ਹੀ ਗੱਲ ਨੇ ਕਿ ਕਦੇ ਸੌਦਾ ਸਾਧ ਦੀ ਅਰਦਾਸ ਕਰਵਾ ਦਿੱਤੀ ਜਾਂਦੀ ਆ, ਕਦੇ ਉਹਨੂੰ ਰਿਹਾਅ ਕਰ ਦਿੱਤਾ ਜਾਂਦਾ, ਕਦੇ ਸਾਡਾ ਸਿੱਖਾਂ ਦਾ ਤੇ ਦਲਿਤਾਂ ਦੇ ਵਿਚਕਾਰ ਇੱਕ ਪਾੜਾ ਪਾ ਕੇ ਇੱਕ ਵੋਟ ਦੀ ਰਾਜਨੀਤੀ ਕੀਤੀ ਜਾਂਦੀ ਆ। ਇਹ ਮਾੜੀਆਂ ਗੱਲਾਂ ਨੇ, ਪਰ ਕਾਂਗਰਸ ਦੇ ਉਸ ਦਿੱਤੇ ਜ਼ਖਮਾਂ ਨੂੰ ਹਾਲੇ ਵੀ ਭੁਲਾਇਆ ਨਹੀਂ ਜਾ ਸਕਦਾ। ਮੈਂ ਤੁਹਾਡੇ ਨਾਲ ਇੱਕ ਜ਼ਿਕਰ ਕਰਨਾ ਚਾਹੁੰਦਾ ਕਿ ਸਾਡੇ ਜਿਹੜੇ ਰਾਜੋਆਣਾ ਸਾਹਿਬ ਨੇ, ਬਲਵੰਤ ਸਿੰਘ ਰਾਜੋਆਣਾ, ਦੇਖੋ ਕਿਸ ਤਰ੍ਹਾਂ ਦਾ ਸਿੱਖ ਜਹਿਨੀਅਤ ਕਿੱਥੇ ਖੜੀ ਆ। ਬਲਵੰਤ ਸਿੰਘ ਰਾਜੋਆਣਾ ਬੇਅੰਤ ਸਿੰਘ ਕਤਲਕਾਂਡ ਦੇ ਨਾਲ ਸਜ਼ਾ ਭੁਗਤ ਰਿਹਾ। ਉਹਦੀ ਬੜੀ ਸਤਿਕਾਰਯੋਗ ਭੈਣ ਨੇ ਅੱਜ ਇੱਕ ਫੇਸਬੁੱਕ ਤੇ ਅੱਜ ਇੱਕ ਗੱਲ ਕਹੀ ਆ, ਕਿਆ ਕਮਾਲ ਦੀ ਗੱਲ ਹੈ। ਅੱਜ ਮੇਰੇ ਮੂੰਹੋਂ ਕਹੀ ਹੋਈ ਗੱਲ ਤਾਂ ਸ਼ਾਇਦ ਮੇਰਾ ਸਿਆਸੀ ਵਿਰੋਧ ਸਮਝ ਸਕਦੇ ਨੇ, ਪਰ ਇੱਕ ਨਿਰਪੱਖ ਜਿਹੜੀ ਭੈਣ ਹੈ ਉਹਨੇ ਇਹ ਗੱਲ ਕਹੀ ਆ। ਮੈਂ ਤੁਹਾਨੂੰ ਆਹ ਟਵੀਟ ਉਹਦਾ ਦਿਖਾਉਣਾ ਚਾਹੁੰਦਾ। ਉਹਨੇ ਜਿਹੜੇ ਸ਼ਬਦ ਕਹੇ ਆ, ਇੱਕ ਇੱਕ ਸ਼ਬਦ ਬੜਾ ਕੀਮਤੀ ਆ। ਅੱਜ ਦੇ ਸਮੇਂ ਦੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਚਾਹੇ ਕਾਂਗਰਸ ਬੈਠੇ ਨੇ। ਮੈਂ ਨਹੀਂ ਕਹਿੰਦਾ ਕਿ ਅਕਾਲੀ ਦਲ ਦੇ ਵਿੱਚ 100 ਪੈਸੇ ਧੋਤੇ ਬੈਠੇ ਹੋਣਗੇ ਲੋਕ, ਪਰ ਇਹ ਗੱਲ ਜਿਹੜੀ ਕਰ ਰਹੀ ਆ, ਇਸ ਗੱਲ ਨੂੰ ਜ਼ਰੂਰ ਲੋਕ ਸੁਣਨ। ਉਹਨੇ ਕਿਹਾ, ਖਾਲਸਾ ਜੀ, ਸਿੱਖਾਂ 'ਤੇ ਇਹਨਾਂ ਜ਼ੁਲਮ ਢਾਉਣ ਵਾਲੀ ਕਾਂਗਰਸ ਪਾਰਟੀ ਨੂੰ ਦਿੱਲੀ ਦੇ ਤਖ਼ਤ 'ਤੇ ਬਿਠਾਉਣ ਲਈ ਅਤੇ ਪੰਜਾਬ ਦੀ ਧਰਤੀ 'ਤੇ ਇਹਨਾਂ ਨੂੰ ਚੋਣਾਂ ਵਿੱਚ ਜਿਤਾਉਣ ਲਈ ਉਹਨਾਂ ਦਾ ਸਾਥ ਦੇਣ ਵਾਲਾ ਹਰ ਸਿੱਖ, ਚਾਹੇ ਉਹ ਕੋਈ ਧਾਰਮਿਕ ਆਗੂ, ਚਾਹੇ ਰਾਜਨੀਤਿਕ ਆਗੂ ਹੈ, ਚਾਹੇ ਕੋਈ ਆਮ ਸਿੱਖ ਹੈ, ਉਹ ਗੁਰੂ ਦੋਖੀ ਅਤੇ ਪੰਥ ਦੋਖੀ ਆ। ਉਹਨੇ ਕਿਹਾ ਕਿ ਲੋਕੋ ਤੁਸੀਂ ਭੁੱਲ ਗਏ ਹੋ, ਦਿੱਲੀ ਨੂੰ ਵੀ ਜਿਤਾਇਆ ਤੇ ਫਿਰ ਪੰਜਾਬ ਵਿੱਚ ਵੀ ਉਸ ਕਾਂਗਰਸ ਪਾਰਟੀ ਨੂੰ ਜਿਤਾਇਆ। ਕਿਉਂ ਨਹੀਂ ਅਸੀਂ ਆਪਣੀ ਯਾਦ ਨੂੰ ਕਾਇਮ ਰੱਖਦੇ? ਠੀਕ ਹੈ, ਰਾਜਸੀ ਤੌਰ 'ਤੇ ਅਕਾਲੀ ਦਲ ਦੇ ਅੰਦਰ ਚੱਲਦੇ ਹਾਂ, ਕੰਮ ਕਰਦੇ ਹਾਂ, ਗਲਤੀਆਂ ਹੋਈਆਂ ਹੋਣਗੀਆਂ, ਪਰ ਜਿਸ ਕਦਰ ਕਾਂਗਰਸ ਨੇ ਜ਼ਖਮ ਦਿੱਤੇ ਨੇ ਉਹ ਨਾ ਭੁਲਾਉਣ ਯੋਗ ਨੇ ਤੇ ਸਾਨੂੰ ਸਿੱਖਾਂ ਨੂੰ ਇਹ ਗੱਲ ਦੇਖਣੀ ਚਾਹੀਦੀ ਹੈ। ਤੁਹਾਨੂੰ ਲੱਗਦਾ ਹੈ ਕਿ ਅਕਾਲੀ ਲੀਡਰਸ਼ਿਪ ਦੇ ਉੱਤੇ ਵੀ ਇੱਕ ਵੱਡਾ ਸਵਾਲ ਇਹ ਰਹਿੰਦਾ ਹੈ ਕਿ ਅਨੰਦਪੁਰ ਸਾਹਿਬ ਦੇ ਮਤੇ ਦਾ ਵਾਰ-ਵਾਰ ਜ਼ਿਕਰ ਹੁੰਦਾ ਹੈ, ਅੱਜ ਉਹਦੀ ਗੱਲ ਹੀ ਨਹੀਂ ਹੋ ਰਹੀ ਕਿਤੇ, ਤੁਸੀਂ ਪੁੱਛ ਨਹੀਂ ਰਹੇ। ਉਹ ਜੋ ਮੰਗਾਂ ਸੀ ਉਹਦੇ ਵਿੱਚ ਮੁੱਖ ਤੌਰ ਦੇ ਉੱਤੇ ਰੱਖੀਆਂ ਗਈਆਂ, ਉਹਨਾਂ ਦਾ ਕੋਈ ਜ਼ਿਕਰ ਹੀ ਨਹੀਂ ਹੋ ਰਿਹਾ। ਨਹੀਂ, ਇਹ ਦੇਖੋ, ਇਹ ਗੱਲ ਸਾਨੂੰ ਸੋਚਣੀ ਚਾਹੀਦੀ ਹੈ। ਇਹ ਗੱਲ ਅਨੰਦਪੁਰ ਦੇ ਮਤੇ ਦੀ ਗੱਲ ਜਿਹੜੀ ਕੀਤੀ ਸੀ, ਇਸ ਦਾ ਸਾਥ ਹਿੰਦੁਸਤਾਨ ਦੀਆਂ ਬਾਕੀ ਪਾਰਟੀਆਂ ਨੇ ਨਹੀਂ ਦਿੱਤਾ ਉਸ ਸਮੇਂ। ਸੋ ਅੱਜ ਵੀ ਉਸ ਅਨੰਦਪੁਰ ਦੇ ਮਤੇ ਦਾ ਹੀ ਹਿੱਸਾ ਸੀ। ਪਾਣੀਆਂ ਦੀ ਗੱਲ ਕਰਦੇ ਹਾਂ, ਪਿਛਲੀ ਸਰਕਾਰ ਆਈ ਆ, ਉਹਨੇ ਪਾਣੀਆਂ ਦਾ ਜੋ ਮਸਲਾ ਹੱਲ ਕੀਤਾ, ਤੁਹਾਨੂੰ ਉਸ ਗੱਲ ਦਾ ਪਤਾ ਹੀ ਆ। ਜੇ ਸਿੱਖਾਂ ਦੀ ਵਿਰਾਸਤ ਨੂੰ ਸਾਂਭਣ ਦੀ ਗੱਲ ਕੀਤੀ ਆ, ਉਹ ਸਰਕਾਰ ਨੇ ਕੀਤਾ। ਜਾਂ ਹੋਰ ਵੀ ਆ ਚੰਡੀਗੜ੍ਹ ਦਾ ਮਸਲਾ ਵਾ, ਪੰਜਾਬੀ ਬੋਲਦੇ ਇਲਾਕੇ ਦਾ ਮਸਲਾ, ਉਹਨਾਂ ਨੂੰ ਕੀਤਾ ਜ਼ਰੂਰ ਆ, ਉਹਨਾਂ ਨੂੰ ਇਕੱਲੇ ਮੁੱਦੇ 'ਤੇ ਕੀਤਾ। ਸੋ ਮੈਂ ਵੀ ਇਹ ਤੁਹਾਡੇ ਮਾਧਿਅਮ ਰਾਹੀਂ ਅੱਜ ਵੀ ਭਾਵੇਂ ਮੈਂ ਅਕਾਲੀ ਦਲ ਦੇ ਨਾਲ ਪੂਰਨ ਤੌਰ 'ਤੇ ਸਮਰਪਿਤ ਹਾਂ। ਅਕਾਲੀ ਦਲ ਇੱਕ 100 ਸਾਲ ਪੁਰਾਣੀ ਇਸ ਹਿੰਦੁਸਤਾਨ ਦੀ ਪਾਰਟੀ ਆ, ਖਾਸ ਤੌਰ 'ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਆ। ਪੰਜਾਬ ਦੇ ਹੱਕਾਂ ਲਈ ਬੜਾ ਸੰਘਰਸ਼ ਕੀਤਾ। ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਜਿਹੜਾ ਕਿ ਜੇਲ੍ਹਾਂ ਵਿੱਚ ਕੱਟਿਆ। ਜਦੋਂ ਅਸੀਂ ਜੋਧਪੁਰ ਜੇਲ੍ਹ ਦੇ ਵਿੱਚ ਸੀ, ਸਾਡੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਉੱਥੇ ਰੱਖਿਆ ਗਿਆ, ਗੁਰਚਰਨ ਸਿੰਘ ਟੌਹੜਾ ਨੂੰ ਵੀ ਰੱਖਿਆ ਗਿਆ। ਚਲੋ, ਇਹ ਰਾਜਨੀਤਿਕ ਲੋਕਾਂ ਦੀ ਜੇਲ੍ਹ ਦਾ ਥੋੜ੍ਹਾ ਜਿਹਾ ਅੰਤਰ ਜ਼ਰੂਰ ਹੁੰਦਾ, ਜਿਸ ਤਰ੍ਹਾਂ ਦੀ ਸਾਡੀ ਜੇਲ੍ਹ ਸੀ ਸ਼ਾਇਦ ਉਸ ਤਰ੍ਹਾਂ ਦੀ ਨਹੀਂ ਸੀ। ਪਰ ਮੈਂ ਇਹ ਗੱਲ ਕਰਦਾ ਕਿ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਅਕਾਲੀ ਦਲ ਨੇ ਆਵਾਜ਼ ਬੁਲੰਦ ਕੀਤੀ ਹੈ, ਅਕਾਲੀ ਦਲ ਦੇ ਲੀਡਰਸ਼ਿਪ ਨੇ ਆਵਾਜ਼ ਬੁਲੰਦ ਕੀਤੀ ਆ। ਸੋ ਮੈਂ ਚਾਹਾਂਗਾ, ਅੱਜ ਵੀ ਇਹ ਗੱਲ ਕਹਾਂਗਾ ਕਿ ਜੇ ਪਿਛਲੇ ਸਮੇਂ 'ਚ ਅਸੀਂ ਅਨੰਦਪੁਰ ਦੇ ਮਤੇ ਦੀ ਉਹ ਗੱਲ ਨਹੀਂ ਕੀਤੀ, ਅੱਜ ਸਾਨੂੰ ਮੁੜ ਤੋਂ ਫੇਰ ਸਾਨੂੰ ਕਰਨੀ ਚਾਹੀਦੀ ਆ। ਲੋਕ ਸਾਤੋਂ ਹੀ ਆਸ ਕਰਦੇ ਆ, ਹੋਰ ਕਿਸੇ ਤੋਂ ਆਸ ਨਹੀਂ ਕਰਦੇ। ਆਸ ਕਰਦੇ ਆ, ਪਰ ਇੱਕ ਲੋਕਾਂ ਦਾ ਜ਼ਿਹਨ ਦੇ ਵਿੱਚ ਵੱਡਾ ਸਵਾਲ ਅਕਾਲੀ ਦਲ ਨੂੰ ਲੈ ਕੇ ਇਹ ਵੀ ਹੈ ਕਿ ਤੁਸੀਂ BJP ਦੇ ਉੱਤੇ ਅੱਜ ਸਵਾਲ ਚੁੱਕ ਰਹੇ ਹੋ, ਤੁਹਾਡੀ ਭਾਈਵਾਲੀ ਟੁੱਟ ਚੁੱਕੀ ਹੈ,
ਪਰ ਤੁਸੀਂ ਇੰਨੇ ਟਾਈਮ ਸੱਤਾ 'ਚ ਰਹਿ ਕੇ ਆਨੰਦ ਵੀ ਮਾਣਿਆ ਬੀਜੇਪੀ ਦੇ ਨਾਲ। ਉਸ ਸਮੇਂ ਦੇ ਦੌਰਾਨ ਤੁਸੀਂ ਇਹ ਤਾਂ ਕਹਿ ਰਹੇ ਹੋ ਕਿ ਬਾਹਰੀ ਮੁਲਕਾਂ ਦੇ ਵਿੱਚ ਉਹ ਜਿਹੜੇ ਡਾਕੂਮੈਂਟ ਨੇ ਉਹ ਇੰਗਲੈਂਡ ਵਰਗੇ ਮੁਲਕ ਜਿਹੜੇ ਨੇ ਸਾਹਮਣੇ ਲਿਆ ਰਹੇ ਨੇ, ਜਿਹੜੇ ਗੁਪਤ ਡਾਕੂਮੈਂਟ ਨੇ, ਪਰ ਤੁਸੀਂ ਜਦੋਂ ਸੱਤਾ 'ਚ ਉਹਨਾਂ ਦੇ ਨਾਲ ਰਹਿੰਦੇ ਹੋ ਉਦੋਂ ਤੁਸੀਂ ਕਿਉਂ ਨਹੀਂ ਜ਼ਿਕਰ ਕਰਦੇ ਕਿ ਇਹ ਆਪਰੇਸ਼ਨ ਬਲੂ ਸਟਾਰ ਦੇ ਪਿੱਛੇ ਆਖਰ ਕੀ ਕੁਝ ਕਾਰਨ ਸੀ? ਉਹ ਤੱਥ ਜਿਹੜੇ ਸੀ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਸੀ। ਨਾ ਸਿਰਫ ਉਹ ਤੱਥ ਆਉਣੇ ਚਾਹੀਦੇ ਸੀ ਬਲਕਿ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈ ਕੇ ਵਾਰ-ਵਾਰ ਚਿੱਠੀਆਂ ਲਿਖੀਆਂ ਜਾਂਦੀਆਂ ਰਹੀਆਂ ਐਸਜੀਪੀਸੀ ਦੇ ਵੱਲੋਂ ਕਿ ਜੋ ਅੰਗ ਜਿਹੜੇ ਹੱਥ ਲਿਖਤ ਅੰਗ ਨੇ ਗੁਰੂ ਸਾਹਿਬ ਦੇ ਉਹ ਵਾਪਸ ਕੀਤੇ ਜਾਣ, ਉਹਨਾਂ ਨੂੰ ਤੁਸੀਂ ਵਾਪਸ ਕਰਵਾ ਸਕਦੇ ਸੀ। ਉਸ ਪਾਸੇ ਵੀ ਤੁਹਾਡੀ ਕੋਈ ਵਧੇਰੇ ਜਿਹੜੀ ਹੈ ਉਹ ਕੋਸ਼ਿਸ਼ ਨਜ਼ਰ ਨਹੀਂ ਆਉਂਦੀ। ਬਹੁਤ ਸਹੀ ਸਵਾਲ ਕੀਤਾ ਤੁਸੀਂ। ਦੇਖੋ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਦੇਖੋ ਕਿ ਜਦੋਂ ਵੀ ਪੰਜਾਬ ਦੇ ਅੰਦਰ ਸਰਕਾਰ ਬਣਦੀ ਸੀ ਉਹਨੂੰ ਕਿਤੇ 2 ਸਾਲ ਬਾਅਦ ਕਿਤੇ 1.5 ਸਾਲ ਬਾਅਦ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨੂੰ ਤੋੜ ਦਿੱਤਾ ਜਾਂਦਾ ਸੀ। ਇੱਥੇ ਇੱਕੋ ਇੱਕ ਜਿਹੜੀ ਕਾਬਜ਼ ਪਾਰਟੀ ਰਹੀ ਹੈ ਉਹ ਕਾਂਗਰਸ ਰਹੀ ਹੈ। ਉਸ ਤੋਂ ਬਾਅਦ ਹਿੰਦੁਸਤਾਨ ਦੇ ਅੰਦਰ ਕੁਝ ਸਰਕਾਰਾਂ ਆਈਆਂ ਜਿਹਨੂੰ ਗੱਠਜੋੜ ਦੀ ਸਰਕਾਰ ਕਹਿੰਦੇ ਆ, ਚਾਹੇ ਚੰਦਰ ਸ਼ੇਖਰ ਦੇ ਨਾਮ ਤੇ ਆਈ ਹੈ, ਚਾਹੇ ਗੁਜਰਾਲ ਦੇ ਨਾਮ ਤੇ ਆਈ, ਚਾਹੇ ਹੋਰ ਕਿਸੇ ਦੇ ਨਾਮ ਤੇ ਆਈ। ਉਹ ਗੱਠਜੋੜ ਦੇ ਵਿੱਚ ਅਸੀਂ ਇਸ ਕਰਕੇ ਸ਼ਾਮਲ ਹੁੰਦੇ ਰਹੇ ਕਿ ਅਸੀਂ ਘੱਟੋ ਘੱਟ ਕੇਂਦਰ ਦੇ ਵਿੱਚ ਆਪਣੀ ਹਿੱਸੇਦਾਰੀ ਤਾਂ ਰੱਖੀਏ। ਅਸੀਂ ਜਿੰਨੀ ਦੇਰ ਕੇਂਦਰ ਦੇ ਵਿੱਚ ਆਪਣੀ ਹਿੱਸੇਦਾਰੀ ਨਹੀਂ ਰੱਖਦੇ ਤੇ ਸਾਨੂੰ ਤਾਂ ਬਿਲਕੁਲ ਪਾਸੇ ਕਰ ਦਿੱਤਾ ਜਾਂਦਾ ਤੇ ਪੰਜਾਬ ਦੀ ਤਰੱਕੀ ਸਿੱਖਾਂ ਦੇ ਹੱਕਾਂ ਦੀ ਗੱਲ ਨੂੰ ਕੋਈ ਚੁੱਕਦਾ ਨਹੀਂ, ਕਿਉਂਕਿ ਕਾਂਗਰਸ ਨਹੀਂ ਕਰੇਗੀ, ਕਾਂਗਰਸ ਨਹੀਂ ਚੁੱਕੇਗੀ। ਕਾਂਗਰਸ ਦੀ ਜਿਹਨੀਅਤ ਇਸ ਤਰ੍ਹਾਂ ਦੀ ਆ, ਉਹ ਗਾਂਧੀ ਪਰਿਵਾਰ ਦਾ ਜੋ ਉਹਨਾਂ ਨੇ ਅੱਜ ਦੇ ਦਿਨ ਦੇਖੇ ਨੇ, ਉਹਨਾਂ ਦੇ ਜਿਹਨ ਦੇ ਵਿੱਚ ਸਿੱਖਾਂ ਪ੍ਰਤੀ ਬਹੁਤ ਵੱਡੀ ਨਫ਼ਰਤ ਆ। ਉਹ ਭਾਵੇਂ ਦੇਖਣ ਨੂੰ ਦਿਖਾਉਣ ਨੂੰ ਆਪਦੇ ਸਿੱਖ ਜਿਹੜੇ ਆ 4 ਭਰਾ ਉੱਥੇ ਆਪਦੇ ਕਾਂਗਰਸ ਵਿੱਚ ਆਉਣ। ਮੈਂ ਗੱਲ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਕਾਂਗਰਸ ਦੀ ਜਿਹਨੀਅਤ ਕਿਸ ਤਰ੍ਹਾਂ ਦੀ ਆ। ਦਰਬਾਰ ਸਾਹਿਬ 'ਤੇ ਹਮਲਾ ਹੁੰਦਾ, ਜਿਹੜੇ ਫੌਜੀ ਉੱਥੇ ਮਾਰੇ ਜਾਂਦੇ ਆ, ਉਹਨਾਂ ਫੌਜੀਆਂ ਨੂੰ ਤਗਮੇ ਕਿਹਦੇ ਤੋਂ ਦਵਾਏ ਜਾਂਦੇ ਨੇ? ਗਿਆਨੀ ਜੈਲ ਸਿੰਘ ਤੋਂ ਦਵਾਏ ਜਾਂਦੇ ਨੇ। ਉਹਨਾਂ ਨੇ ਚੜਾਇਆ, ਉਹਨਾਂ ਨੇ ਹਰ ਗੱਲ ਨੂੰ ਸਿੱਖਾਂ ਦੇ ਜ਼ਖਮ ਨੂੰ ਉਚੇੜਨ ਦੀ ਕੋਸ਼ਿਸ਼ ਕੀਤੀ। ਗਿਆਨੀ ਜੈਲ ਸਿੰਘ ਉਹਨਾਂ ਦਾ ਕਹਿ ਲਓ ਵੀ ਉਹਨਾਂ ਦਾ ਤਨਖਾਹਦਾਰ ਬੰਦਾ ਸੀ। ਉਹ ਭਾਵੇਂ ਆਖਰੀ ਉਮਰੇ ਉਹ ਇਸ ਗੱਲ ਦਾ ਅਫਸੋਸ ਕਰਦਾ ਹੀ ਚੱਲ ਗਿਆ, ਪਰ ਇਹ ਕਿੱਡੀ ਮਾੜੀ ਗੱਲ ਸੀ ਕਿ ਦਰਬਾਰ ਸਾਹਿਬ 'ਤੇ ਹਮਲਾ ਹੋਵੇ ਤੇ ਇੱਕ ਸਿੱਖ ਦੇ ਕੋਲੋਂ ਉਹ ਉਹਨਾਂ ਨੂੰ ਤਗਮੇ ਦਿਵਾਉਣ। ਇਹ ਜੇ ਨਹੀਂ ਤਾਂ ਕਾਂਗਰਸ ਦੀ। ਸੋ ਇਸ ਕਰਕੇ ਸਾਨੂੰ ਇਹ ਗੱਲ ਨੂੰ ਬਚਣਾ ਚਾਹੀਦਾ। ਜਿਹੜੀ ਗੱਲ ਤੁਸੀਂ ਗੱਲ ਕੀਤੀ ਹੈ ਬੜੀ ਵਧੀਆ ਗੱਲ ਆ, ਹਰ ਵਿਅਕਤੀ ਦੇ ਮਨ ਦੇ ਅੰਦਰ ਖਿਆਲ ਆਉਂਦਾ। ਅਸੀਂ ਇਹਨਾਂ ਗੱਠਜੋੜ ਦੀਆਂ ਸਰਕਾਰਾਂ ਦੇ ਵਿੱਚ ਇਸ ਕਰਕੇ ਸ਼ਾਮਲ ਹੋਏ ਕਿ ਘੱਟੋ ਘੱਟ ਅਸੀਂ ਕਾਂਗਰਸ ਨੂੰ ਜਿਹੜੀ ਆ ਮਾੜੀ ਪਾਰਟੀ ਹੈ, ਜਿਹੜੀ ਦੇਸ਼ ਵਾਸਤੇ ਮਾੜੀ ਹੈ, ਇਸ ਪਾਰਟੀ ਨੂੰ ਅਸੀਂ ਕਮਜ਼ੋਰ ਕਰ ਸਕੀਏ। ਸੋ ਇਹ 'ਚ ਕਾਮਯਾਬੀ ਹੋਏ। ਤੇ ਉਹਦੇ ਕੋਲੇ ਆਲਟਰਨੇਟ ਸਾਡੇ ਕੋਲ ਇੱਕੋ ਹੀ ਸੀ ਕਿ ਉਦੋਂ ਬਾਅਦ ਜਿਹੜਾ ਗੱਠਜੋੜ ਬਣਿਆ ਉਹ 'ਚ ਐਨਡੀਏ ਸੀਗਾ। ਐਨਡੀਏ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਡੀ ਪਾਰਟੀ ਸੀ, ਹੋਰ ਬਹੁਤ ਸਾਰੀਆਂ ਪਾਰਟੀਆਂ ਰਲੀਆਂ ਤੇ ਉਹਦੇ ਵਿੱਚ ਅਸੀਂ ਸ਼ਾਮਲ ਹੋਏ। ਉਹਦੇ ਵਿੱਚ ਰਲ ਕੇ ਅਸੀਂ ਜੋ ਕੁਝ ਮਨ ਦੀ ਗੱਲ ਚਾਹੁੰਦੇ ਸੀ ਉਹਨੂੰ ਕੀਤਾ। ਸਿੱਖਾਂ ਦੀ ਇਹ ਗੱਲ 84 ਜੇ ਜੂਨ ਦੀ ਗੱਲ ਕਰਦੇ ਹਾਂ ਤੇ ਨਵੰਬਰ ਦੇ ਵੀ ਸਾਡਾ ਉਹ ਭੁੱਲਣ ਵਾਲਾ ਨਹੀਂ ਆ, ਜਦੋਂ ਇਸੇ ਦੇਸ਼ ਦੀਆਂ ਗਲੀਆਂ ਦੇ ਅੰਦਰ ਕਾਂਗਰਸ ਨੇ ਸ਼ਰੇਆਮ ਰਾਜੀਵ ਗਾਂਧੀ ਨੇ ਕਹਿਤਾ ਕਿ ਬੜਾ ਦਰਖਤ ਗਿਰਤਾ ਹੈ ਤੋ ਕਹਿੰਦੇ ਧਰਤੀ ਹਿਲਤੀ ਆ। ਉਹ ਧਰਤੀ ਹਿਲਾਈ ਉਹਨਾਂ ਨੇ। ਕਾਂਗਰਸ ਦੇ ਲੀਡਰਾਂ ਨੇ ਸ਼ਰੇਆਮ ਸਿੱਖਾਂ ਦਾ ਕਤਲ ਕੀਤਾ। ਇਸ ਹਿੰਦੁਸਤਾਨ ਦੀ ਰਾਜਧਾਨੀ ਦੇ ਅੰਦਰ, ਹੋਰ ਸਾਰੇ ਸ਼ਹਿਰਾਂ ਦੇ ਅੰਦਰ ਕਾਂਗਰਸ ਨੇ ਤਾਂਡਵ ਖੇਡਿਆ, ਨੰਗਾ ਨਾਚ, ਬਹੁਤ ਮਾੜਾ ਕਤਲ ਜਿਹੜਾ ਸਿੱਖਾਂ ਦਾ ਨਰਸੰਹਾਰ ਕੀਤਾ ਉਹ ਖਤਮ ਕਰਤੇ। ਕਾਂਗਰਸ ਨੇ ਫਾਈਲਾਂ ਹੀ ਨੱਪਤੀਆਂ ਜਿਹੜੀਆਂ ਕਿ ਲੋਕਾਂ ਨੇ ਗਵਾਹ ਵੀ ਹੈ, ਸਾਰਾ ਕੁਝ ਆ। ਪਰ ਅਸੀਂ ਜਦੋਂ ਗੱਠਜੋੜ 'ਚ ਆਏ ਅਸੀਂ ਘੱਟੋ ਘੱਟ ਇਹ ਤਾਂ ਕਢਾਇਆ, ਉਹ ਬੰਦੇ ਅੰਦਰ ਕਰਾਏ। ਸਾਡੇ ਘੱਟੋ ਘੱਟ ਜ਼ਖਮ 'ਤੇ ਥੋੜ੍ਹੀ ਜਿਹੀ ਮੱਲਮ ਜ਼ਰੂਰ ਲੱਗੀ। ਇਹਦਾ ਕਾਰਨ ਸੀ ਅਸੀਂ ਮਨ 'ਚ ਸੋਚਿਆ ਸੀ ਕਿ ਇਹ ਜਿਹੜੇ ਲੋਕ ਨੇ ਉਹ ਲੋਕ ਸ਼ਾਇਦ ਕਾਂਗਰਸ ਦੇ ਖਿਲਾਫ ਨੂੰ ਮੱਦੇਨਜ਼ਰ ਰੱਖਦੇ ਆ ਕਿ ਸਾਡੇ ਵਾਸਤੇ ਕੋਈ ਸਾਹ ਭਰਨਗੇ। ਅਸੀਂ ਸਿੱਖੀ ਦੇ ਵਾਸਤੇ ਚਾਹੇ ਕਰਤਾਰਪੁਰ ਦਾ ਕੋਰੀਡੋਰ ਆ ਜਾਂ ਹੋਰ ਕਈ ਗੱਲਾਂ ਉਹਨਾਂ ਨੂੰ ਅਸੀਂ ਲਿਆਉਣ ਦੀ ਕੋਸ਼ਿਸ਼ ਕੀਤੀ। ਕੁਛ ਗੱਲ 'ਚ ਕਾਮਯਾਬੀ ਰਹੇ, ਪਰ ਫਿਰ ਵੀ ਜਿਹੜੀ ਉਹਨਾਂ ਦੀ ਜਿਹਨੀਅਤ ਸੀ ਉਹ ਜਦੋਂ ਆਖਿਰਕਾਰ ਬਿੱਲੀ ਥੱਲਿਓਂ ਬਾਹਰ ਆਈ ਤਾਂ ਅਸੀਂ ਉਹਨਾਂ ਨੂੰ ਛੱਡ ਕੇ ਪਾਸੇ ਹੋ ਗਏ। ਅਸੀਂ ਦੁਨੀਆ ਨੂੰ ਦੱਸਤਾ ਪਾਸੇ ਹੋ ਚੁੱਕੇ। ਹੁਣ ਤੁਹਾਨੂੰ ਲੱਗਦਾ ਕਿ ਉਹ ਜੋ ਮੰਗਾਂ ਸੀ ਮੁੱਖ ਤੌਰ ਦੇ ਉੱਤੇ, ਮੈਂ ਫਿਰ ਉਹਨਾਂ ਦਾ ਜ਼ਿਕਰ ਕਰੂੰਗਾ, ਕੀ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਨੂੰ ਉਹ ਮੰਗਾਂ ਖੁੱਲ੍ਹ ਕੇ ਰੱਖਣੀਆਂ ਚਾਹੀਦੀਆਂ, ਇਹਨਾਂ ਦਾ ਜ਼ਿਕਰ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਉੱਤੇ ਸਟੈਂਡ ਕਰਨਾ ਚਾਹੀਦਾ? ਇਹ ਕੁਲਵਿੰਦਰ ਜੀ, ਇਹ ਮੰਗਾਂ ਸਿਰਫ ਤੇ ਸਿਰਫ ਅਕਾਲੀ ਦਲ ਹੀ ਲੜ ਸਕਦਾ। ਇਸ ਪੰਜਾਬ ਦੇ ਅੰਦਰ ਕਾਂਗਰਸ ਇਹਨਾਂ ਮੰਗਾਂ ਦੀ ਗੱਲ ਨਹੀਂ ਕਰ ਸਕਦੀ। ਇੱਥੇ ਭਾਰਤੀ ਜਨਤਾ ਪਾਰਟੀ ਨਹੀਂ ਕਰ ਸਕਦੀ। ਇੱਥੇ ਆ ਪ੍ਰਵਾਸੀ ਪਾਰਟੀਆਂ ਜਿਹੜੀਆਂ ਆਮ ਤੁਰੀਆਂ ਫਿਰਦੀਆਂ, ਕਿਧਰੇ ਉਹ ਖਹਿਰਾ ਪੰਜਾਬ ਪਾਰਟੀ ਬਦਲ ਕੇ ਕਾਂਗਰਸ ਪਾਰਟੀ ਬਣ ਗਿਆ, ਇਹ ਲੋਕ ਨਹੀਂ ਕਰ ਸਕਦੇ ਕਿਉਂਕਿ ਅਸੀਂ ਵਿਰਾਸਤ ਨੂੰ ਸਾਂਭਿਆ। ਸਾਡੇ ਤੇ ਰਾਜਸੀ ਦੂਸ਼ਣਬਾਜ਼ੀ ਲੱਗੀ ਹੋਏਗੀ, ਸਾਡੇ ਤੇ ਤੋਹਮਤ ਲੱਗੀ ਹੋਏਗੀ। ਅਸੀਂ ਸਰਕਾਰਾਂ ਹੰਢਾਈਆਂ, ਉਹ ਸਰਕਾਰਾਂ ਦੇ ਅੰਦਰ ਸਾਤੋਂ ਗਲਤੀਆਂ ਹੋਈਆਂ ਹੋਣਗੀਆਂ, ਉਸ ਗਲਤੀਆਂ ਦਾ ਖਮਿਆਜਾ ਲੋਕਾਂ ਨੇ ਸਾਨੂੰ ਦਿੱਤਾ, ਅਸੀਂ ਆਪਦੀ ਝੋਲੀ ਵੀ ਪਾਇਆ। ਪਰ ਇਹ ਗੱਲ ਜੇ ਸਿੱਖਾਂ ਦੀ ਵਿਰਾਸਤ ਦੀ ਗੱਲ ਕਰਦੇ ਹਾਂ, ਸਿੱਖਾਂ ਦੇ ਧਰਮ ਦੇ, ਕੌਮੀਅਤ ਦੇ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ, ਤੇ ਇਹ ਤਾਂ ਇਕੱਲਾ ਅਕਾਲੀ ਦਲ ਹੀ ਕਰ ਸਕਦਾ, ਹੋਰ ਕੋਈ ਨਹੀਂ ਕਰਦਾ। ਹੋਰ ਵੀ ਅਕਾਲੀ ਦਲ ਬਣੇ ਨੇ,
ਉਹ ਸਿਰਫ ਆਪਦੇ ਪਰ ਤੋਲੀ ਜਾਂਦੇ ਨੇ। ਕਦੇ ਉਹ ਖਹਿਰੇ ਨੂੰ ਆਪਦੀ ਗੱਡੀ ਚੜਾ ਲੈਂਦੇ ਨੇ, ਕਦੇ ਉਹ ਉੱਥੇ ਦਿੱਲੀ ਜਾ ਕੇ ਆਪਣੀ ਕੋਈ ਸਾਂਝ ਪਾੜ ਲੈਂਦੇ ਨੇ। ਇਹ ਲੋਕ ਜਿਹੜੇ ਆ ਇਹ ਇਸ ਗੱਲ ਦੇ ਸਮਰੱਥ ਨਹੀਂ ਹੈਗੇ, ਸਿਰਫ ਤੇ ਸਿਰਫ ਅਕਾਲੀ ਦਲ ਹੀ ਇਸ ਗੱਲ ਦਾ ਸਮਰੱਥ ਹੈ। ਹਾਂ, ਮੈਂ ਇਹ ਗੱਲ ਕਹਿਣਾ ਕੱਲ 'ਚ ਕੋਈ ਗਰੇਜ ਨਹੀਂ ਕਰਦਾ ਕਿ ਅਕਾਲੀ ਦਲ ਨੂੰ ਬੜਾ ਸੁਧਾਰ ਕਰਨ ਦੀ ਲੋੜ ਹੈ। ਅਕਾਲੀ ਦਲ ਨੂੰ ਇਹ ਜਿਹੜੀਆਂ ਗੱਲਾਂ ਤੋਂ ਲੋਕ ਉਹਨਾਂ ਤੋਂ ਆਸ ਕਰਦੇ ਆ ਉਹ ਤੇ ਪੂਰਨ ਤੌਰ ਤੇ ਖਰਾ ਉਤਰਨ ਦੀ ਲੋੜ ਆ। ਭਾਵੇਂ ਬਹੁਤ ਵੱਡੀ ਲੜਾਈ ਜੇ ਲੜ ਰਿਹਾ ਤੇ ਸਿਰਫ ਅੱਜ ਅਕਾਲੀ ਦਲ ਹੀ ਲੜ ਰਿਹਾ। ਇੱਕ ਇਹ ਦੱਸੋ ਕਿ ਜੋ ਅਸੀਂ ਵਰਤਾਰਾ ਵੇਖ ਰਹੇ ਹਾਂ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਘੱਲੂਘਾਰਾ ਮਨਾਇਆ ਜਾਂਦਾ ਹੈ ਸਾਕਾ ਨੀਲਾ ਤਾਰਾ ਦੇ ਇਹ ਜਦੋਂ ਦਿਨ ਆਉਂਦੇ ਨੇ ਤਾਂ ਅਸੀਂ ਵੇਖਦੇ ਹਾਂ ਜੋ ਉੱਥੇ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ। ਪਿਛਲੇ ਸਮਿਆਂ ਦੇ ਦੌਰਾਨ ਅਸੀਂ ਬਹੁਤ ਟਕਰਾਅ ਵੇਖਿਆ ਹੈ। ਉਹ ਅਜਿਹਾ ਟਕਰਾਅ ਕਿਉਂ ਹੈ? ਕਿਉਂਕਿ ਉਸ ਦੀ ਵਜ੍ਹਾ ਕਰਕੇ ਜਿਹੜਾ ਇਹ ਬਹੁਤ ਸਾਰੇ ਲੋਕਾਂ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਦੇਖੋ ਆਪਸ ਦੇ ਵਿੱਚ ਲੜੀ ਜਾ ਰਹੇ ਨੇ, ਆਪਸ ਦੇ ਵਿੱਚ ਇਹਨਾਂ ਦੀ ਸਹਿਮਤੀ ਨਹੀਂ ਹੈ, ਇਸੇ ਲਈ ਜਿਹੜਾ ਇਹਨਾਂ ਦੇ ਲੜਾਈ ਝਗੜੇ ਉਸ ਦੀ ਵਜ੍ਹਾ ਕੀ ਹੈ, ਉਸ ਦੀ ਜੜ 'ਚ ਕੀ ਹੈ ਤੇ ਉਹ ਕਿਉਂ ਨਹੀਂ ਰੁਕ ਪਾ ਰਹੀ ਚੀਜ਼? ਦੇਖੋ, ਜੜ ਦੇ ਵਿੱਚ ਦੋ ਗੱਲਾਂ ਨੇ। ਇੱਕ ਤਾਂ ਵੱਖ-ਵੱਖ ਜਥੇਬੰਦੀਆਂ ਦੇ ਵੱਖ-ਵੱਖ ਵਿਚਾਰਧਾਰਾ, ਉਹਨੂੰ ਕੋਈ ਅਸੀਂ ਡਿਨਾਈ ਨਹੀਂ ਕਰਦੇ, ਉਹਨੂੰ ਮਾੜਾ ਵੀ ਨਹੀਂ ਕਹਿੰਦੇ। ਹਰ ਵਿਅਕਤੀ, ਹਰ ਜਥੇਬੰਦੀ ਆਪਣੀ ਵਿਚਾਰਧਾਰਾ ਰੱਖ ਸਕਦੀ ਆ, ਉਹ ਆਪਣੀ ਉੱਥੇ ਗੱਲ ਕਰਦੀ ਹੈ। ਇਹ ਗੱਲ ਤਾਂ ਵਾਜਬ ਹੈ। ਸਾਡੇ 12 ਮਿਸਲਾਂ ਰਹੀਆਂ, ਅਕਾਲ ਤਖਤ ਸਾਹਿਬ 'ਤੇ ਆਉਂਦੀਆਂ ਰਹੀਆਂ, ਲੜਦੇ ਵੀ ਰਹੇ, ਇੱਕ ਦੂਜੇ ਦਾ ਬਹੁਤ ਕੁਛ ਵਿਰੋਧ ਰਹਿੰਦਾ ਰਿਹਾ, ਪਰ ਅਖੀਰ ਅਕਾਲ ਤਖਤ ਸਾਹਿਬ 'ਤੇ ਆ ਕੇ ਉਹ ਇੱਕ ਹੁੰਦੇ ਰਹੇ। ਇਹ ਇਤਿਹਾਸ ਇਸ ਗੱਲ ਦਾ ਗਵਾਹ ਹੋਣਾ ਵੀ ਚਾਹੀਦਾ। ਉਹ 'ਚ ਦੂਜੀ ਗੱਲ ਕਿ ਇਸ ਮੌਕੇ 'ਤੇ ਸ਼ਰਾਰਤ ਕੀਤੀ ਜਾਂਦੀ ਹੈ, ਜਥੇਬੰਦੀਆਂ ਦੀ ਆੜ ਦੇ ਵਿੱਚ ਇੱਕ ਸ਼ਰਾਰਤ ਕੀਤੀ ਜਾਂਦੀ ਹੈ ਜਾਣਬੁੱਝ ਕੇ, ਤਾਂ ਕਿ ਦੁਨੀਆ ਦੇ ਅੰਦਰ ਜਿਹੜਾ ਮੀਡੀਆ ਜਿਹਨੂੰ ਹੁਣ ਉਹਦਾ ਨਾਂ ਕੋਈ ਦਿੰਦਾ, ਕੋਈ ਦਿੰਦਾ, ਜਿਹੜੀ ਸੱਤਾ 'ਤੇ ਬੈਠੇ ਲੋਕਾਂ ਦਾ ਜਿਹੜਾ ਕਿਰਾਏ 'ਤੇ ਮੀਡੀਆ ਜਿਹੜਾ ਉਹ ਕੋਈ ਵੀ ਉੱਥੇ ਥੋੜ੍ਹੀ ਜਿਹੀ ਗੱਲ ਵੀ ਹੋ ਜਾਂਦੀ ਆ ਉਹਨੂੰ ਬਹੁਤ ਵੱਡਾ ਉਛਾਲਿਆ ਜਾਂਦਾ ਕਿ ਸਿੱਖ ਆਪਸ ਵਿੱਚ ਲੜ ਪਏ ਨੇ, ਜਦੋਂ ਕਿ ਬਹੁਤ ਵੱਡੀ ਗੱਲ ਨਹੀਂ ਹੁੰਦੀ ਉੱਥੇ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਜਾਇਦਾਦ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖ ਵੋਟ ਪਾ ਕੇ ਇੱਕ ਮੈਂਬਰ ਚੁਣਦਾ, ਮੈਂਬਰ ਜਿਹੜਾ ਕਿ ਅੱਗੇ ਪ੍ਰਧਾਨ ਚੁਣਦੇ ਆ। ਭਾਵੇਂ ਕਿ ਅੱਜ ਦੇ ਸਿਆਸੀ ਵਿਰੋਧੀ ਲੋਕ ਉਹਨੂੰ ਕੋਈ ਮਰਜ਼ੀ ਨਾਮ ਦੇ ਦੇਣ, ਪਰ ਉਹ ਗੱਲ ਨਹੀਂ ਹੈ। ਉਸ ਗੱਲ ਦਾ ਵੀ ਹਰ ਗੱਲ ਦਾ ਜਵਾਬ ਹੈ। ਉੱਥੇ ਉਹ ਜਿਹੜੀ ਸ਼੍ਰੋਮਣੀ ਕਮੇਟੀ ਦਾ ਉੱਥੇ ਆਪਾਂ ਸਥਾਪਨਾ ਕਰਦੇ ਹਾਂ, ਉਹਨਾਂ ਦਾ ਕੰਮ ਕੀ ਆ ਕਿ ਉੱਥੇ ਮਰਜ਼ਾਦਾ ਕਾਇਮ ਰੱਖਣੀ। ਸੋ ਅਸੀਂ ਨਹੀਂ ਕਹਿੰਦੇ ਕਿ ਕੋਈ ਉੱਥੇ ਕਿਉਂ ਆਉਂਦਾ, ਸਭ ਨੂੰ ਕਿਸੇ ਨੂੰ ਰੋਕਿਆ ਨਹੀਂ ਜਾਂਦਾ, ਪਰ ਮਰਜ਼ਾਦਾ ਦੀ ਭੰਗਣਾ ਨਹੀਂ ਕੀਤੀ ਜਾ ਸਕਦੀ। ਆਪਣੇ ਵਿਚਾਰਾਂ ਦੀ ਗੱਲ ਕੋਈ ਵੀ ਪ੍ਰਗਟ ਕਰ ਸਕਦਾ, ਉੱਥੇ ਵਿਚਾਰਾਂ ਦੀ ਪ੍ਰਗਟਾਵਾ ਕਰਨ ਲਈ ਕਿਸੇ ਨੂੰ ਨਹੀਂ ਰੋਕਿਆ ਜਾਂਦਾ। ਜਦੋਂ ਤੁਸੀਂ ਮਰਜ਼ਾਦਾ ਨੂੰ ਭੰਗ ਕਰੋਗੇ, ਅਕਾਲ ਤਖਤ ਸਾਹਿਬ ਇੱਕ ਮਰਜ਼ਾਦਾ ਵਾ, ਉਸ ਮਰਜ਼ਾਦਾ ਨੂੰ ਤੋੜਨ ਦੀ ਗੱਲ ਕਰੋਗੇ, ਉੱਥੇ ਕੋਈ ਧੱਕਾ ਮੁੱਕੀ ਕਰੋਗੇ, ਉੱਥੇ ਕੋਈ ਦੇਖੋ ਅਕਾਲ ਤਖਤ ਸਾਹਿਬ 'ਤੇ ਜਾ ਕੇ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸੰਦੇਸ਼ ਆ ਰਿਹਾ ਅਤੇ ਉਹ ਸੰਦੇਸ਼ ਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰੋਗੇ ਅਤੇ ਉੱਥੇ ਜਿਹੜੇ ਪਹਿਰੇਦਾਰ ਨੇ ਉਹਨਾਂ ਦਾ ਕੀ ਕੰਮ ਹੋਏਗਾ? ਬੇਨਤੀ ਕਰਨਗੇ ਨਾ, ਉਹ ਬੇਨਤੀ ਕਰਦੇ ਆ ਅਤੇ ਗਾਂਹ ਤੋਂ ਉਸ ਗੱਲ ਦਾ ਜਵਾਬ ਦਿੱਤਾ ਜਾਂਦਾ, ਚਾਹੇ ਕਿਰਪਾਨ ਨਾਲ, ਚਾਹੇ ਕਸੁਰਮੁਖੀ ਨਾਲ, ਦਸਤਾਰਾਂ ਲੈਂਦੀਆਂ। ਮਾੜੀ ਗੱਲ ਹੈ। ਅਸੀਂ ਹਰ ਵਾਰ ਬੇਨਤੀ ਕਰਦੇ ਹਾਂ। ਮੈਂ ਜਾਤੀ ਤੌਰ 'ਤੇ ਵੀ ਹੱਥ ਜੋੜ ਕੇ ਬੇਨਤੀ ਕਰਦਾ, ਅੱਜ ਵੀ ਇਹ ਬੇਨਤੀ ਕਰਦਾ ਕਿ 6 ਜੂਨ ਆ ਰਿਹਾ, ਸ਼ਹੀਦਾਂ ਨੂੰ ਅਸੀਂ ਨਤਮਸਤਕ ਹੋਣਾ ਅਤੇ ਇਹ ਗੱਲਾਂ ਨਾ ਕੀਤੀਆਂ ਜਾਣ। ਆਪਣੀ ਵਿਚਾਰ ਦੇਣਾ ਕੋਈ ਮਾੜੀ ਗੱਲ ਨਹੀਂ। ਸ਼੍ਰੋਮਣੀ ਕਮੇਟੀ ਨੇ ਇਸ ਗੱਲ ਨੂੰ ਕਦੇ ਅਲੱਦਿਆ ਨਹੀਂ, ਕਿਉਂਕਿ ਉਹ ਸਾਂਝਾ ਸਥਾਨ ਹੈ, ਹਰ ਬੰਦਾ ਉੱਥੇ ਦੇ ਸਕਦਾ। ਸੋ ਇਹਦੇ ਵਿੱਚ ਸ਼ਰਾਰਤ ਜਿਹੜੀ ਆਉਂਦੀ ਆ ਅਤੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਜਿਹੜਾ ਛੜਯੰਤਰ ਕੀਤਾ ਜਾਂਦਾ, ਅੱਗੇ ਨਸ਼ਰ ਵੀ ਹੋ ਚੁੱਕਿਆ ਹੈ। ਠੀਕ, ਗਰੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਸ ਸਨ ਗੁਰਚਰਨ ਸਿੰਘ ਗਰੇਵਾਲ, ਜਿਨ੍ਹਾਂ ਨੇ तमाम ਮਸਲਿਆਂ ਦੇ ਉੱਤੇ ਆਪਣੀਆਂ ਵਿਚਾਰਾਂ ਰੱਖੀਆਂ ਨੇ ਕਿ 37 ਸਾਲਾਂ ਬਾਅਦ ਜੋ ਸਾਕਾ ਨੀਲਾ ਤਾਰਾ ਵਾਪਰਿਆ, ਆਖਿਰ ਉਸ ਦੇ ਪਿੱਛੇ ਕੀ ਕੁਝ ਕਾਰਨ ਨੇ ਤੇ ਮੌਜੂਦਾ ਦੌਰ ਦੇ ਵਿੱਚ ਵੀ ਉਸ ਤਰੀਕੇ ਦੀ ਮਾਨਸਿਕਤਾ ਉਹਨਾਂ ਨੇ ਕਿਹਾ ਕਿ ਨਜ਼ਰ ਆਉਂਦੀ ਹੈ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜੋ ਕਿਸਾਨ ਅੰਦੋਲਨ ਚੱਲ ਰਿਹਾ ਇੰਨੇ ਲੰਮੇ ਸਮੇਂ ਤੋਂ, ਉਸ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਪਰ ਨਾਲ ਦੀ ਨਾਲ ਇੱਕ ਵੱਡੀ ਗੱਲ ਉਹਨਾਂ ਨੇ ਇਹ ਆਖੀ ਹੈ ਕਿ ਜੋ ਅਨੰਦਪੁਰ ਸਾਹਿਬ ਦੇ ਮੱਤੇ ਦੇ ਵਿੱਚ ਜ਼ਿਕਰ ਜਿਨ੍ਹਾਂ ਚੀਜ਼ਾਂ ਦਾ ਹੁੰਦਾ ਹੈ, ਅਕਾਲੀ ਦਲ ਇਹ ਦਾਅਵਾ ਕਰ ਰਿਹਾ ਕਿ ਅਕਾਲੀ ਦਲ ਉਹਨਾਂ ਦੇ ਨਾਲ ਖੜਾ ਹੈ ਤੇ ਉਹਨਾਂ ਮੰਗਾਂ ਦੇ ਉੱਤੇ ਅਕਾਲੀ ਦਲ ਪਹਿਰਾ ਵੀ ਦੇਗਾ ਤੇ ਉਹ ਮੰਗ ਕਰਦੇ ਨੇ ਆਪਣੀ ਪਾਰਟੀ ਤੋਂ ਕਿ ਇਸ ਮਸਲੇ ਦੇ ਉੱਤੇ ਪਾਰਟੀ ਨੂੰ ਖੁੱਲ੍ਹ ਕੇ ਸਟੈਂਡ ਲੈਣਾ ਚਾਹੀਦਾ ਤੇ ਭਵਿੱਖ ਦੇ ਵਿੱਚ ਇਹਨਾਂ ਮੰਗਾਂ ਦੇ ਉੱਤੇ ਖੜਨਾ ਚਾਹੀਦਾ। ਫਿਲਹਾਲ ਇਸ ਚਰਚਾ 'ਚ ਨਹੀਂ। ਧੰਨਵਾਦ।